ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ। ਮੈਂ ਗੁਰਜਤਿੰਦਰ ਸਿੰਘ ਰੰਧਾਵਾ ਲੈ ਕੇ ਹਾਜ਼ਰ ਹਾਂ ਅੱਜ ਦਾ US ਇਮੀਗ੍ਰੇਸ਼ਨ ਨਿਊਜ਼। ਇਹ ਵਿਸ਼ੇਸ਼ ਪ੍ਰੋਗਰਾਮ ਅਸੀਂ ਵੀਕਲੀ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਇਸ ਵਿੱਚ ਅਸੀਂ ਜਿੱਥੇ USA ਦੇ ਨਾਲ ਰਿਲੇਟਡ ਜਿਹੜੀਆਂ ਇਮੀਗ੍ਰੇਸ਼ਨ ਸੰਬੰਧੀ ਖਬਰਾਂ ਹੁੰਦੀਆਂ, ਨਵੇਂ ਰੂਲਸ, ਨਵੇਂ ਰੈਗੂਲੇਸ਼ਨ, ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਅੱਜ ਸਾਡੇ ਸਟੂਡੀਓ ਵਿੱਚ ਵਿਸ਼ੇਸ਼ ਤੌਰ 'ਤੇ ਇੱਕ ਅਜਿਹੇ ਸਟੂਡੈਂਟ ਆਏ ਆ ਜਿਨ੍ਹਾਂ ਨੇ ਹਾਲੇ ਲੈਂਡ ਹੀ ਕੀਤਾ ਅਮਰੀਕਾ ਦੀ ਧਰਤੀ 'ਤੇ। ਉਹ ਸਟੂਡੈਂਟ ਵਜੋਂ ਇੱਥੇ ਆਏ ਆ। ਉਹਨਾਂ ਦਾ ਨਾਂ ਆ ਹੀਮੈਨ ਕੌਰ ਕਾਲੋ। ਹੀਮੈਨ ਮੈਂ ਜਾਣਬੁੱਝ ਕੇ ਕਿਹਾ ਕਿਉਂਕਿ ਉਸ ਲੜਕੀ ਵਿੱਚ ਬੜੇ ਗੁਣ ਆ ਜਿਹੜੇ ਕਿ ਇੱਕ ਹੀਮੈਨ 'ਚ ਹੋਣੇ ਚਾਹੀਦੇ ਆ। ਨਾਂ ਹੈ ਹੈਮਨ। ਹੈਮਨ, ਪਹਿਲਾਂ ਤਾਂ ਸਵਾਗਤ ਕਰਦੇ ਤੁਹਾਨੂੰ ਪੰਜਾਬ ਮੇਲ ਸਟੂਡੀਓ ਵਿੱਚ। ਬੇਟਾ, ਤੁਸੀਂ ਇੱਥੇ ਆਏ ਹੋ, ਕੀ ਸੋਚ ਕੇ ਆਏ ਸੀਗੇ? ਕੀ ਤੁਹਾਡਾ ਰੀਜ਼ਨ ਬਣਿਆ ਇੱਥੇ ਆਉਣ ਦਾ? ਮੈਂ ਕੰਪਿਊਟਰ ਸਾਇੰਸ ਪੜ੍ਹਨੀ ਆ। ਮੈਂ ਕੰਪਿਊਟਰ ਇੰਜੀਨੀਅਰਿੰਗ ਦਾ ਸੋਚਿਆ ਆ ਅਤੇ ਜਦੋਂ ਮੇਰੇ ਦਿਮਾਗ 'ਚ ਕੰਪਿਊਟਰ ਇੰਜੀਨੀਅਰਿੰਗ ਆਇਆ ਅਤੇ ਸਭ ਤੋਂ ਵੱਡੀ ਕੰਟਰੀ ਜਿਹੜੀ ਸੌਫਟਵੇਅਰ 'ਚ ਹੈ ਉਹ ਅਮਰੀਕਾ ਹੀ ਹੈ। ਅਤੇ ਇੱਦਾਂ ਦੀ ਕੰਟਰੀ ਤੋਂ ਪੜ੍ਹਨਾ ਜਿੱਥੇ ਸੌਫਟਵੇਅਰ ਦੁਨੀਆ ਭਰ 'ਚ ਵੇਚਿਆ ਜਾਂਦਾ ਹੈ ਅਤੇ ਸਭ ਤੋਂ ਜ਼ਿਆਦਾ ਸਟੂਡੈਂਟ ਹੀ ਅਮਰੀਕਾ ਆਉਂਦਾ ਸੌਫਟਵੇਅਰ ਨੂੰ ਪੜ੍ਹਨ ਲਈ। ਅਤੇ ਇਹ ਮੇਰਾ ਮੇਨ ਰੀਜ਼ਨ ਸੀਗਾ ਅਮਰੀਕਾ ਨੂੰ ਚੂਜ਼ ਕਰਨ ਦਾ। ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਾਂਗੇ ਕਿ ਸਟੂਡੈਂਟ ਵੀਜ਼ਾ ਜੇ ਕਿਸੇ ਨੇ ਲੈਣਾ ਹੋਵੇ ਅਤੇ ਕਿਸ ਤਰੀਕੇ ਨਾਲ ਲਿਆ ਜਾਂਦਾ, ਕਿਉਂਕਿ ਅਸੀਂ ਤੁਹਾਡੇ ਤੋਂ ਵੱਡੀ ਕੋਈ ਉਦਾਹਰਨ ਨਹੀਂ ਮੰਨਦੇ ਜਿਨ੍ਹਾਂ ਨੇ ਪ੍ਰੈਕਟੀਕਲੀ ਇਹ ਕੰਮ ਕੀਤਾ, ਜਿਨ੍ਹਾਂ ਨੇ ਪ੍ਰੈਕਟੀਕਲੀ ਸਟੂਡੈਂਟ ਵੀਜ਼ਾ ਲਿਆ, ਉਹ ਵੀ ਅੱਜ ਕੱਲ੍ਹ ਦੇ ਹਾਲਾਤਾਂ ਵਿੱਚ, ਜਦੋਂ ਕਿ ਕੋਵਿਡ ਦਾ ਦੌਰ ਚੱਲ ਰਿਹਾ, ਪੂਰੀ ਦੁਨੀਆ ਵਿੱਚ ਕੋਵਿਡ ਦਾ ਦੌਰ ਆ, ਅਤੇ ਜਿਹੜੇ ਪੜ੍ਹਨ ਵਾਲੇ ਵਿਦਿਆਰਥੀ ਆ ਉਹਨਾਂ 'ਚ ਬੜਾ ਸਹਿਮ ਵੀ ਸਾਡਾ ਜਿਹੜਾ ਕੈਰੀਅਰ ਆ ਉਹ ਖਰਾਬ ਹੁੰਦਾ ਜਾ ਰਿਹਾ, ਅਤੇ ਉਹ ਬੜੇ ਨਿਰਾਸ਼ ਜਿਹੇ ਹੋ ਕੇ ਬੈਠੇ, ਆਪਣੇ ਘਰਾਂ 'ਚ ਬੈਠੇ ਆ। ਅਤੇ ਜੇ ਕਿਤੇ ਅਪਲਾਈ ਵੀ ਕਰਦੇ ਆ ਅਤੇ ਔਨਲਾਈਨ ਜ਼ਿਆਦਾਤਰ ਉਹਨਾਂ ਨੂੰ ਪੜ੍ਹਨ ਦੀ ਪੇਸ਼ਕਸ਼ ਕੀਤੀ ਜਾਂਦੀ ਆ ਯੂਨੀਵਰਸਿਟੀਜ਼ ਵੱਲੋਂ, ਕੰਟਰੀਜ਼ ਵੱਲੋਂ, ਕਿ ਘਰੇ ਰਹਿ ਕੇ ਤੁਸੀਂ ਪੜ੍ਹੋ। ਪਰ ਤੁਸੀਂ ਇੱਥੇ ਪਹੁੰਚ ਗਏ, ਇਹ ਬੜੀ ਵੱਡੀ ਗੱਲ ਆ ਕਿ ਸਾਡੇ ਲਈ ਇੱਕ ਐਗਜ਼ਾਮਪਲ ਕ੍ਰੀਏਟ ਹੋਈ ਆ। ਅਤੇ ਇਸ ਕਰਕੇ ਅੱਜ ਅਸੀਂ ਪੰਜਾਬ ਮੇਲ ਦੇ ਸਟੂਡੀਓ ਵਿੱਚ ਤੁਹਾਨੂੰ ਸੱਦਿਆ ਅਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਨਾਲ ਤੁਸੀਂ ਅਮਰੀਕਾ ਆ ਗਏ, ਸਟੂਡੈਂਟ ਵੀਜ਼ਾ ਕਿਸ ਤਰੀਕੇ ਨਾਲ ਲਿਆ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹਦਾ ਇਨੀਸ਼ੀਅਲ ਸਟੇਜ 'ਤੇ ਜਿਹੜਾ ਸਟੂਡੈਂਟ ਵੀਜ਼ਾ ਲੈਣਾ, ਕਿਸੇ ਨੇ ਵੀ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਆ, ਅਤੇ ਉਹਨਾਂ ਨੂੰ ਕੀ ਸੁਝਾਅ ਦਿਓਗੇ ਕਿਸ ਤਰੀਕੇ ਨਾਲ ਅਪਲਾਈ ਕਰਨਾ? ਓਕੇ, ਮੈਂ ਪਹਿਲਾਂ ਇਹ ਦੱਸਣਾ ਚਾਹਾਂਗੀ ਕਿ ਸਟੂਡੈਂਟ ਵੀਜ਼ੇ ਨੂੰ ਆਪਾਂ US 'ਚ F1 ਵੀਜ਼ਾ ਕਹੀਦਾ ਹੈ। ਜਿਹੜੀ ਵੀਜ਼ਾ ਕੈਟੇਗਰੀ ਹੈ ਇਹ F1 ਵੀਜ਼ਾ ਹੈ USA ਦੇ ਵਿੱਚ, ਜਿਹਨੂੰ ਆਪਾਂ ਕਹੀਦਾ F1 ਵੀਜ਼ਾ ਕੈਟੇਗਰੀ। ਇਹ ਸਟੈਪ ਸਟਾਰਟ ਹੁੰਦਾ ਆ ਜਾਂ 12th ਤੋਂ ਬਾਅਦ, ਜਾਂ ਤੁਸੀਂ ਆਪਣੇ ਅੰਡਰਗ੍ਰੈਡ ਲਈ ਆਉਂਦੇ ਹੋ, ਬੈਚਲਰ ਜਿਹਨੂੰ ਕਹੀਦਾ ਇੰਡੀਆ 'ਚ, ਜਾਂ ਤੁਸੀਂ ਮਾਸਟਰਸ ਲਈ ਆ ਸਕਦੇ ਹੋ। ਮੈਂ ਹੁਣ ਆਪਣੀ 12th ਤੋਂ ਬਾਅਦ ਆਪਣੇ ਬੈਚਲਰਸ ਲਈ ਆਈ ਹਾਂ, ਜਿਹਨੂੰ ਇੱਥੇ ਅੰਡਰਗ੍ਰੈਡ ਕਹੀਦਾ ਆ। ਅਤੇ ਪਹਿਲਾ ਸਟੈਪ ਹੁੰਦਾ ਆ ਜਦੋਂ ਤੁਸੀਂ ਆਪਣੀ 12th ਕੰਪਲੀਟ ਕੀਤੀ ਜਾਂ ਬੈਚਲਰਸ ਕੰਪਲੀਟ ਕੀਤੀ, ਉਸ ਤੋਂ ਬਾਅਦ ਯੂਨੀਵਰਸਿਟੀਆਂ ਨੂੰ ਅਪਲਾਈ ਕਰਨਾ ਕਿ ਆਹ ਮੇਰਾ ਅਕੈਡਮਿਕ ਸਕੋਰ ਹੈ, ਅਤੇ ਜਾਂ ਜੇ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈ ਤੁਸੀਂ ਉਹ ਉਹਨਾਂ ਨੂੰ ਦਿਖਾਉਂਦੇ ਹੋ ਸਾਰਾ ਕੁਝ, ਅਤੇ ਵੱਖ-ਵੱਖ ਯੂਨੀਵਰਸਿਟੀਆਂ ਨੂੰ ਅਪਲਾਈ ਕਰਦੇ ਹੋ। 5 ਨੂੰ ਕਰ ਦਿਓ, 6 ਨੂੰ ਕਰ ਦਿਓ, 10 ਨੂੰ ਕਰ ਦਿਓ। ਜਦੋਂ ਆਪਾਂ ਯੂਨੀਵਰਸਿਟੀਆਂ ਨੂੰ ਅਪਲਾਈ ਕਰੀਦਾ ਆ, ਉਸ ਤੋਂ ਬਾਅਦ ਯੂਨੀਵਰਸਿਟੀਆਂ ਸਾਨੂੰ ਦੱਸਦੀਆਂ ਕਿਹੜੀ ਯੂਨੀਵਰਸਿਟੀ 'ਚ ਆਪਾਂ ਐਡਮਿਟ ਹੋਏ ਹਾਂ, ਕਿ ਕਿੰਨਾ ਨੇ ਸਾਨੂੰ ਐਡਮਿਟ ਕਰ ਲਿਆ ਹੈ, ਕਿ ਹਾਂ ਕਰਤੀ ਕਿ ਤੁਸੀਂ ਪੜ੍ਹਨ ਆ ਸਕਦੇ ਹੋ। ਨੰਬਰ 1, ਮੈਂ ਇਸ ਤੋਂ ਪਹਿਲਾਂ ਕਿ ਤੁਸੀਂ ਅਗਲੀ ਗੱਲ ਜਾਰੀ ਰੱਖੋ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਫਰਜ਼ ਕੀਤਾ ਤੁਸੀਂ ਮੇਰਾ ਖਿਆਲ +2 ਕਰਕੇ ਆਏ ਹੋ, ਰਾਈਟ? +2 ਕਰਕੇ ਕਿਸੇ ਨੇ ਆਉਣਾ ਹੋਵੇ, ਕਿ ਕੋਈ ਪਰਟੀਕੂਲਰ ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ +2 ਵਾਲੇ ਬੱਚਿਆਂ ਨੂੰ ਹੀ ਲੈਂਦੀਆਂ, ਕਿ ਜਿੱਥੇ ਮਰਜ਼ੀ ਤੁਸੀਂ ਅਪਲਾਈ ਕਰ ਸਕਦੇ ਹੋ? ਇੱਦਾਂ ਕੁਛ ਨਹੀਂ ਹੁੰਦਾ। ਜਿੰਨੀਆਂ ਵੀ US 'ਚ ਯੂਨੀਵਰਸਿਟੀਆਂ ਨੇ, ਇੱਕ ਵੀ ਯੂਨੀਵਰਸਿਟੀ ਇੱਦਾਂ ਦੀ ਹੈ ਨਹੀਂ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਨਾ ਲਏਗੀ ਅਤੇ ਨਾ ਲਏਗੀ 12th ਤੋਂ ਬਾਅਦ ਵਾਲਾ। ਭਾਵੇਂ ਤੁਸੀਂ ਬੈਚਲਰਸ ਲਈ ਆਓ 12th ਤੋਂ ਬਾਅਦ ਜਿਹਨੂੰ ਕਹੀਦਾ ਆਪਾਂ, ਜਾਂ ਤੁਸੀਂ ਮਾਸਟਰਸ ਲਈ ਆਓ, ਸਾਰਾ ਸਟੈਪ ਵੀ ਸੇਮ ਨੇ। ਇਹ ਬਸ ਹੈ ਕਿ ਤੁਸੀਂ ਕਿਹੜੇ ਪੱਧਰ 'ਤੇ ਆ ਰਹੇ ਹੋ, ਕਿਹੜੇ ਲੈਵਲ 'ਤੇ ਇੱਥੇ ਆ ਰਹੇ ਹੋ। ਹਾਂਜੀ। ਅਤੇ ਉਹ ਯੂਨੀਵਰਸਿਟੀ ਜਦੋਂ ਤੁਸੀਂ ਕਿਸੇ ਤਰੀਕੇ ਨਾਲ ਵੀ ਔਨਲਾਈਨ ਹੀ ਪਤਾ ਲੱਗ ਜਾਂਦਾ ਕਿ ਕੋਈ ਲਿਸਟ ਬਣੀ ਹੁੰਦੀ ਹੈ ਜੀ? ਨਹੀਂ, ਔਨਲਾਈਨ ਰਿਸਰਚ ਕਰੋ ਕਿੰਨੀਆਂ ਯੂਨੀਵਰਸਿਟੀਆਂ ਇਸ ਇਲਾਕੇ 'ਚ ਨੇ, ਉਹ ਸਭ ਕੁਝ ਔਨਲਾਈਨ ਹੈ। ਅਤੇ ਇਹ ਜ਼ਰੂਰੀ ਹੁੰਦਾ ਕਿ ਕਿਸੇ ਏਜੰਟ ਦੇ ਥਰੂ ਹੀ ਲੱਭਣੀ ਹੈ ਕਿ ਘਰ ਬੈਠੇ ਵੀ ਬੱਚਾ ਲੱਭ ਸਕਦਾ? ਨਹੀਂ, ਅੱਜ ਦਾ ਜਿਹੜਾ ਸਾਡੇ ਕੋਲ ਇੰਟਰਨੈਟ ਹੈ, ਮੈਂ ਕਹਿੰਦੀ ਇਹ ਤੋਂ ਵੱਡੀ ਕੋਈ ਪਾਰ ਨਹੀਂ ਹੈਗੀ। ਕੁਛ ਨਹੀਂ, ਜਸਟ ਤੁਸੀਂ ਸਰਚ ਕਰਨਾ ਹੈ ਕਿਹੜੀ ਯੂਨੀਵਰਸਿਟੀਆਂ ਆ, ਉਸ ਤੋਂ ਬਾਅਦ ਉਹਨਾਂ ਨੂੰ ਅਪਲਾਈ ਕਰਨ ਦਾ ਸਟੈਪ ਪ੍ਰੋਸੀਜਰ ਵੀ ਬਹੁਤ ਈਜ਼ੀ ਹੈ। ਜਿੰਨਾ ਆਪਾਂ ਪਹਿਲਾਂ ਡਰੀਦਾ ਆ ਕਿ ਅਮਰੀਕਾ ਦੇ ਆਪਾਂ ਜਾਣਾ ਆ ਜਾਂ ਆਹ ਪ੍ਰੋਸੈਸ ਦੇ ਥਰੂ ਜਾਣਾ ਆ, ਪਰ ਜਦੋਂ ਆਪਾਂ ਸਭ ਕੁਝ ਕਰ ਲਈਦਾ, ਬਹੁਤ ਈਜ਼ੀ, ਸਿੰਪਲੀਫਾਈਡ, ਕੋਈ ਜ਼ਿਆਦਾ ਡਾਕੂਮੈਂਟੇਸ਼ਨ ਵਾਲਾ ਪ੍ਰੋਸੈਸ ਨਹੀਂ ਹੈਗਾ। ਜੇ ਤੁਸੀਂ ਜੈਨੂਇਨ ਸਟੂਡੈਂਟ ਹੋ ਤਾਂ ਇਹ ਚੀਜ਼ ਔਖੀ ਨਹੀਂ ਹੈਗੀ ਇੱਥੇ ਆਉਣਾ। ਕਿੰਨਾ ਕੁ ਔਖਾ ਸਟੈਪ ਹੈਗਾ ਇਹ ਸਟੂਡੈਂਟ ਵੀਜ਼ਾ ਲੈਣਾ ਅਮਰੀਕਾ ਦਾ? ਦੇਖੋ, ਅਮਰੀਕਾ ਜਿਹੜਾ ਇੱਕ ਇੱਦਾਂ ਦੀ ਕੰਟਰੀ ਹੈ ਜਿਹੜਾ ਮੰਗਦਾ ਹੈ ਕਿ ਬੱਚਾ
ਅਕੈਡਮਿਕਲੀ ਮਤਲਬ ਪੜ੍ਹਾਈ ਵਜੋਂ ਵਧੀਆ ਹੋਵੇ, ਕੋਈ ਵੀ ਬੱਚਾ ਇੱਥੇ ਐਡਮਿਟ ਨਹੀਂ ਹੋ ਸਕਦਾ, ਕਿਉਂਕਿ ਇੱਥੇ ਆਪਾਂ ਯੂਨੀਵਰਸਿਟੀ ਲੈਵਲ ਤੇ ਆਈਦਾ, ਜਿੱਦਾਂ ਬਾਕੀ ਦੇਸ਼ਾਂ 'ਚ ਆਪਾਂ ਕਾਲਜਸ 'ਚ ਚੱਲ ਜੀਦਾ ਆ, ਪਰ ਇੱਥੇ ਆਪਾਂ ਯੂਨੀਵਰਸਿਟੀ ਚਾਹੀਦਾ ਆ, ਤੇ ਯੂਨੀਵਰਸਿਟੀਆਂ ਦੀਆਂ ਰਿਕੁਆਇਰਮੈਂਟਾਂ ਜ਼ਿਆਦਾ ਹੁੰਦੀਆਂ ਆ, ਤੁਹਾਨੂੰ ਨੰਬਰ 12th 'ਚ ਜ਼ਿਆਦਾ ਚਾਹੀਦੇ ਆ। ਫਿਰ ਇੱਥੇ ਟੈਸਟ ਦੀ ਵੀ ਰਿਕੁਆਇਰਮੈਂਟ ਹੁੰਦੀ ਹੈ, ਜਿੱਦਾਂ ਅਗਰ ਆਪਾਂ ਦੂਸਰੀ ਕੰਟਰੀਆਂ ਦੀ ਗੱਲ ਕਰੀਏ, ਉੱਥੇ ਸਿਰਫ ਆਇਲਸ ਚੱਲ ਜਾਂਦਾ ਆ, ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ ਹੋ ਗਿਆ, ਤੇ ਇੱਥੇ ਤੁਹਾਨੂੰ ਨਾਲ ਟੈਸਟ ਵੀ ਚਾਹੀਦੇ ਆ। ਜਿੱਦਾਂ ਜ਼ਰੂਰੀ ਨਹੀਂ ਕਿ ਚਾਹੀਦੇ ਆ, ਪਰ ਜਿੱਦਾਂ ਵੱਡੀਆਂ ਯੂਨੀਵਰਸਿਟੀਆਂ ਆ, ਉਹ ਪਲੱਸ ਪੁਆਇੰਟ ਹੋ ਜਾਂਦਾ, ਉਹ ਪਲੱਸ ਪੁਆਇੰਟ ਹੈ ਤੁਹਾਡੀ ਐਪਲੀਕੇਸ਼ਨ ਦਾ, ਫਿਰ ਤੁਹਾਡੀ ਐਪਲੀਕੇਸ਼ਨ ਡਿਨਾਈ ਨਹੀਂ ਹੋ ਸਕਦੀ। ਹਾਂਜੀ, ਉਹ ਟੈਸਟ 2 ਤਰ੍ਹਾਂ ਦੇ ਹੁੰਦੇ ਆ। ਜੇ ਤੁਸੀਂ ਬੈਚਲਰ ਲਈ ਆ ਰਹੇ ਹੋ, ਮਤਲਬ 12ਵੀਂ ਤੋਂ ਬਾਅਦ ਆ ਰਹੇ ਹੋ, ਤੇ ਟੈਸਟ ਹੁੰਦਾ ਆ SAT, ਆਇਲਸ ਵੀ ਦੇਣਾ ਆ, SAT ਵੀ ਦੇਣਾ ਆ, ਤੇ ਜੇ ਤੁਸੀਂ ਟੋਫਲ ਦੇਣਾ ਚਾਹੁੰਦੇ ਹੋ ਉਹ ਵੀ ਦੇ ਸਕਦੇ ਹੋ। ਉਹ ਟੋਫਲ ਤੇ ਆਇਲਸ ਆ, ਇਹ ਤੁਹਾਡੇ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਹੈ, ਪਰ ਜਿਹੜਾ SAT ਹੈ ਇਹ ਤੁਹਾਡਾ ਪੜ੍ਹਾਈ ਵਜੋਂ ਟੈਸਟ ਹੈ, ਕਿ ਮੈਥ ਹੁੰਦੀ ਹੈ, ਕੈਮਿਸਟਰੀ ਹੁੰਦੀ ਹੈ, ਆ ਸਬਜੈਕਟ ਵਾਈਜ਼ ਟੈਸਟ ਆ। ਜਦੋਂ ਤੁਸੀਂ ਇੱਕ ਯੂਨੀਵਰਸਿਟੀ ਵੀ ਚੁਣ ਲਈਆਂ, 5 7 10 ਯੂਨੀਵਰਸਿਟੀ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਡਿਫਰੈਂਟ ਯੂਨੀਵਰਸਿਟੀਜ਼ ਸਿਲੈਕਸ਼ਨ ਕਰ ਲਈਆਂ ਵੀ ਮੈਂ ਇੱਥੇ ਹੀ ਜਾਣਾ ਚਾਹੁੰਦਾ, ਉਸ ਤੋਂ ਬਾਅਦ ਤੁਸੀਂ ਆਪਣਾ ਸਬਜੈਕਟ ਵੀ ਚੁਣਨਾ ਪੈਂਦਾ ਤੁਹਾਨੂੰ, ਠੀਕ ਹੈ, ਸਬਜੈਕਟ ਚੁਣ ਲਿਆ, ਉਸ ਤੋਂ ਬਾਅਦ ਤੁਸੀਂ ਚਾਹੁੰਦੇ ਹੋ ਕਿ ਮੈਂ ਹੁਣ ਅਪਲਾਈ ਕਰਾਂ, ਪਹਿਲਾਂ ਯੂਨੀਵਰਸਿਟੀਜ਼ ਨੂੰ ਅਪਲਾਈ ਕਰਨਾ ਕਿ ਪਹਿਲਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਅਪਲਾਈ ਕਰਨਾ? ਸਭ ਤੋਂ ਪਹਿਲਾ ਕੰਮ ਹੁੰਦਾ ਆ ਯੂਨੀਵਰਸਿਟੀ ਨੂੰ ਅਪਲਾਈ ਕਰਨਾ। ਇਹ ਨਹੀਂ ਕਿ ਤੁਸੀਂ 10 ਨੂੰ ਕਰਨਾ ਆ, ਜੇ ਤੁਸੀਂ ਕੌਨਫੀਡੈਂਟ ਹੋ ਕਿ ਤੁਹਾਡੀ ਪ੍ਰੋਫਾਈਲ ਵਧੀਆ ਹੈ, ਤੁਸੀਂ ਯੂਨੀਵਰਸਿਟੀ 'ਚ ਐਕਸੈਪਟ ਹੋ ਜਾਓਗੇ, ਤੁਸੀਂ 1 ਨੂੰ ਕਰ ਦਿਓ, 2 ਨੂੰ ਕਰ ਦਿਓ, ਉਹ ਕੋਈ ਡੀਲ ਨਹੀਂ ਹੈਗੀ। ਜਦੋਂ ਯੂਨੀਵਰਸਿਟੀ ਤੁਹਾਨੂੰ ਐਕਸੈਪਟ ਕਰਦੀ ਆ, ਫਿਰ ਉਹ ਤੁਹਾਡੀ ਇੱਕ ਸਟੂਡੈਂਟ ID ਜਨਰੇਟ ਕਰ ਦਿੰਦੀ ਹੈ, ਤੇ ਨਾਲ ਹੀ ਤੁਹਾਡੀ ਇੱਕ ID ਜਨਰੇਟ ਹੋ ਜਾਂਦੀ ਹੈ, SEVIS ID। ਇਹ ਜਿਹੜੀ ID ਆ, ਇਹ ਤੁਹਾਡੀ US ਇਮੀਗ੍ਰੇਸ਼ਨ ਜਨਰੇਟ ਕਰਦੀ ਆ। ਇਹ ਡਾਕੂਮੈਂਟ ਜਦੋਂ ਮੈਂ ਇੱਕ ਯੂਨੀਵਰਸਿਟੀ 'ਚ ਐਡਮਿਟ ਹੋ ਗਈ, ਜਿੱਦਾਂ ਮੈਂ ਆ ਯੂਨੀਵਰਸਿਟੀ ਨੇ ਮੈਨੂੰ ਦਾਖਲਾ ਦੇ ਦਿੱਤਾ, ਉਸ ਤੋਂ ਬਾਅਦ ਉਹ ਯੂਨੀਵਰਸਿਟੀ ਨੇ ਮੈਨੂੰ ਕਹਿਣਾ ਹੈ ਕਿ ਤੁਸੀਂ ਐਡਮਿਟ ਹੋ ਗਏ ਹੋ, ਤੁਹਾਡਾ ਦਾਖਲਾ ਹੋ ਗਿਆ, ਕੀ ਹੁਣ ਤੁਸੀਂ ਇੱਕ ਡਾਕੂਮੈਂਟ ਮੰਗਵਾਉਣਾ ਚਾਹੁੰਦੇ ਹੋ? ਉਹ ਡਾਕੂਮੈਂਟ ਨੂੰ ਆਪਾਂ ਕਹੀਦਾ I-20। ਉਹ ਡਾਕੂਮੈਂਟ ਤੁਹਾਡੀ SEVIS ID, ਸਾਡੀ ਸਟੂਡੈਂਟ ID ਲਿਖੀ ਹੁੰਦੀ ਹੈ। ਇਹ ਆਈਡੀਆਂ ਦੋਵੇਂ ਸਾਡੀਆਂ ਜਦੋਂ ਤੱਕ ਆਪਾਂ US 'ਚ ਹੈਗੇ ਆ, ਇਹ ਚੱਲਣੀਆਂ ਨੇ। ਇਹ ਆਈਡੀਆ ਤੋਂ ਬਾਅਦ ਹੀ ਸਾਡਾ ਸਾਰਾ ਅੱਗੇ ਸਟੈਪ ਹੁੰਦਾ ਆ, ਕਿੱਦਾਂ ਆਪਾਂ ਅਪਾਇੰਟਮੈਂਟ ਲੈਣਾ ਆ, ਸਭ ਕੁਝ ਤੋਂ ਬਾਅਦ ਦਾ ਸਟੈਪ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੁਝ ਯੂਨੀਵਰਸਿਟੀਜ਼ ਜਿਹੜੀਆਂ ਉਹ ਸਿਲੈਕਸ਼ਨ ਕਰ ਲਈਆਂ ਜਾਂਦੀਆਂ ਕਿ ਕਿਹੜੀ ਯੂਨੀਵਰਸਿਟੀ ਤੁਸੀਂ ਜਾਣਾ ਚਾਹੁੰਦੇ ਹੋ, ਸਾਰਿਆਂ ਨੇ ਹੀ ਮਤਲਬ ਇਸ ਤਰ੍ਹਾਂ ਹੀ 120 ਦਾ ਤੇ ID ਜਿਹੜਾ ਹੈਗਾ ਉਹ ਭੇਜ ਦਿੰਦੇ ਸਾਰੇ? ਹਾਂਜੀ, ਸਾਰੀ ਯੂਨੀਵਰਸਿਟੀਆਂ ਦਾ ਮੇਨ ਡਾਕੂਮੈਂਟ ਹੀ I-20 ਹੈ। ਜਦੋਂ ਜਿੰਨਾ ਪਾਸਪੋਰਟ ਇੰਪੋਰਟੈਂਟ ਹੈ ਅਮਰੀਕਾ 'ਚ ਇੱਕ ਸਟੂਡੈਂਟ ਲਈ, ਓਨਾ ਹੀ I-20 ਜ਼ਰੂਰੀ ਹੈ। I-20 ਇੱਕ ਟਰੈਵਲ ਡਾਕੂਮੈਂਟ ਵੀ ਹੈ, ਤੇ ਇੱਕ ਤੁਹਾਡਾ ਸਾਰਾ ਜਿੰਨਾ ਵੀ ਤੁਹਾਡਾ ਕੀ ਤੁਹਾਡੀ IDs ਨੇ, ਸਭ ਕੁਝ ਉਹ ਤੁਹਾਡੇ ਨਾਲ ਰਹਿਣਾ ਆ। ਮੇਨ ਡਾਕੂਮੈਂਟ ਹੈ, ਉਹੀ ਡਾਕੂਮੈਂਟ ਹੈ ਜਿਹੜਾ ਤੁਸੀਂ ਇੰਟਰਵਿਊ ਤੇ ਜਾ ਕੇ ਦਿਖਾਣਾ ਹੈ ਪਾਸਪੋਰਟ ਦੇ ਨਾਲ। ਇੱਥੇ ਗੱਲ ਹੋਰ ਆਉਂਦੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਡਿਫਰੈਂਟ ਯੂਨੀਵਰਸਿਟੀਜ਼ ਨੂੰ ਅਪਲਾਈ ਕਰਨਾ ਪੈਂਦਾ, ਕੀ ਉਹ ਉਦੋਂ ਕੋਈ ਫੀਸ ਚਾਰਜ ਕਰਦੇ ਆ ਯੂਨੀਵਰਸਿਟੀ ਵਾਲੇ? ਹਾਂਜੀ, ਇਹ ਡਿਪੈਂਡ ਕਰਦਾ ਆ। ਕਈ ਯੂਨੀਵਰਸਿਟੀਆਂ ਨਹੀਂ ਕਰਦੀਆਂ, ਕਈਆਂ ਦੀ ਐਪਲੀਕੇਸ਼ਨ ਪਾਉਣਾ ਬਿਲਕੁਲ ਫ੍ਰੀ ਹੈ, ਕੋਈ ਪੈਸਾ ਨਹੀਂ ਲੱਗਦਾ, ਪਰ ਕਈ ਯੂਨੀਵਰਸਿਟੀਆਂ ਜਿਨ੍ਹਾਂ ਦੀ ਫੀਸ $70 ਮਤਲਬ 3500 ਤੋਂ 7 ਤੋਂ 10,000 ਵੀ ਹੈਗੀ ਹੈ, ਪਰ ਕਈ ਬਿਲਕੁਲ ਫ੍ਰੀ ਆਫ ਕਾਸਟ ਵੀ ਨੇ। ਹਾਂਜੀ, 7,000 ਰੁਪੀਸ 7,000 ਰੁਪੀਸ ਪਰ ਯੂਨੀਵਰਸਿਟੀ। ਹਾਂਜੀ, ਉਹ ਤੋਂ ਵੱਧ ਵੀ ਹੈਗੀ, 11,000। ਹਾਂਜੀ, $100 to $150 ਇੰਨੇ ਦੇ ਵਿੱਚ ਹੈਗੀ ਫੀਸ ਉਹਨਾਂ ਦੀ ਹੈਗੀ ਆ, ਨਾਨ ਰਿਫੰਡੇਬਲ। ਹਾਂਜੀ, ਨਾਨ ਰਿਫੰਡੇਬਲ ਫੀਸ ਹੈ, ਬਿਲਕੁਲ ਨਾਨ ਰਿਫੰਡੇਬਲ। ਹਾਂਜੀ। ਕੋਵਿਡ ਦਾ ਟਾਈਮ ਚੱਲ ਰਿਹਾ ਸਰ, ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਕੋਵਿਡ ਕਰਕੇ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਕਿਸੇ ਕੋਈ ਯੂਨੀਵਰਸਿਟੀਜ਼? ਇਹ ਤਾਂ ਨਹੀਂ ਕਹਿ ਰਹੀਆਂ ਵੀ ਹਾਲੇ ਤੁਸੀਂ ਨਹੀਂ ਆ ਸਕਦੇ ਜਾਂ ਕੋਈ ਸਟੂਡੈਂਟਸ ਨੂੰ? ਹਾਂਜੀ, ਪਿਛਲੇ ਸਾਲ ਜਦੋਂ ਕੋਵਿਡ ਸਟਾਰਟ ਹੋਇਆ ਸੀਗਾ, ਉਦੋਂ ਜਦੋਂ 2 ਸਮੈਸਟਰ ਹੁੰਦੇ ਆ ਅਮਰੀਕਾ 'ਚ ਮੇਨ, ਇੱਕ ਹੁੰਦਾ ਫਾਲ ਸਮੈਸਟਰ, ਇੱਕ ਸਪ੍ਰਿੰਗ ਸਮੈਸਟਰ। ਜਿਹੜਾ ਫਾਲ ਸਮੈਸਟਰ ਹੈ ਇਹ ਅਗਸਤ ਤੋਂ ਸਟਾਰਟ ਹੁੰਦਾ ਆ, ਤੇ ਸਪ੍ਰਿੰਗ ਜਿਹੜਾ ਆ ਉਹ ਦਸੰਬਰ ਤੋਂ ਸਟਾਰਟ ਹੁੰਦਾ ਆ। ਪਿਛਲੇ ਸਾਲ ਕੈਲੀਫੋਰਨੀਆ ਨੇ ਨਾ ਫਾਲ ਸਮੈਸਟਰ 'ਚ ਇੰਟਰਨੈਸ਼ਨਲ ਸਟੂਡੈਂਟ ਆਉਣ ਦਿੱਤਾ, ਨਾ ਸਪ੍ਰਿੰਗ ਸਮੈਸਟਰ 'ਚ, ਜਿਨ੍ਹਾਂ ਨੇ ਪਹਿਲੀ ਵਾਰ ਆਉਣਾ ਸੀਗਾ। ਪਰ ਬਾਕੀ ਸਾਰੀਆਂ ਸਟੇਟਾਂ, ਦੂਸਰੀਆਂ 49 ਸਟੇਟਾਂ ਨੇ ਇਹ ਪਾਬੰਦੀ ਨਹੀਂ ਲਾਈ ਸੀਗੀ, ਇਹ ਸਿਰਫ ਕੈਲੀਫੋਰਨੀਆ 'ਚ ਪਾਬੰਦੀ ਸੀਗੀ। ਤੇ ਇਸ ਕਰਕੇ ਜਿੱਦਾਂ ਹੁਣ ਮੈਂ ਕੈਲੀਫੋਰਨੀਆ 'ਚ ਆਈ ਹਾਂ, ਮੈਨੂੰ ਆਪਣਾ ਸਮੈਸਟਰ, ਜੇ ਮੈਂ ਪਿਛਲੇ ਫਾਲ 'ਚ ਆਉਣਾ, ਸਪ੍ਰਿੰਗ 'ਚ ਆਉਣਾ ਸੀਗਾ, ਪਰ ਮੈਂ ਨਹੀਂ ਆ ਸਕੀ ਕਿਉਂਕਿ ਉਹਨਾਂ ਦੀ ਇਹ ਸੀਗੀ ਕਿ ਤੁਸੀਂ ਆਨਲਾਈਨ ਲਾਣੀ ਆ ਇਹ ਸਮੈਸਟਰ, ਤੁਸੀਂ ਇਨ ਪਰਸਨ ਅਮਰੀਕਾ 'ਚ ਨਹੀਂ ਵੜ ਸਕਦੇ ਹਜੇ। ਤੇ ਫਿਰ ਇਸ ਕਰਕੇ ਮੇਰੇ 6 ਮਹੀਨੇ ਮੈਨੂੰ ਅੱਗੇ ਪਾਉਣੇ ਪਏ। ਮੈਨੂੰ ਫਿਰ ਹੁਣ ਆਪਣੇ ਸਪ੍ਰਿੰਗ ਤੋਂ ਫਾਲ ਸਮੈਸਟਰ 'ਚ ਹੁਣ ਮੈਂ ਆਈ ਹਾਂ। ਹੁਣ ਅਮਰੀਕਾ ਕੈਲੀਫੋਰਨੀਆ ਨੇ ਸਪੈਸੀਫਿਕਲੀ ਇਹ ਪਾਬੰਦੀ ਹਟਾਤੀ ਹੈ, ਸਿਰਫ ਸਟੂਡੈਂਟਸ ਕਰਕੇ। ਬਾਕੀ ਸਭ ਤੇ ਬੈਨ ਲੱਗਾ ਹੈ, ਜਿੱਦਾਂ ਕਿ ਪਤਾ ਹੈ ਟੂਰਿਸਟ ਤੇ ਵੀ, ਤੇ ਸਟੂਡੈਂਟਾਂ ਦੀ ਪਾਬੰਦੀ ਨਹੀਂ। ਹਾਂਜੀ, ਸਿਰਫ ਸਟੂਡੈਂਟ ਇਸ ਟਾਈਮ ਆ ਸਕਦੇ ਆ। ਬਹੁਤ ਖੁਸ਼ੀ ਦੀ ਗੱਲ ਆ ਦਰਸ਼ਕੋ, ਦੇਖ ਲਓ ਵੀ ਸਟੂਡੈਂਟ ਵੀਜ਼ਾ ਖੁੱਲ੍ਹਾ। ਜੇ ਕੋਈ ਅਮਰੀਕਾ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਤੇ ਆਪਣੇ ਮਨਮਰਜ਼ੀ ਨਾਲ ਉਹ ਅਪਲਾਈ ਕਰ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਪਾਬੰਦੀ ਨਹੀਂ ਹੈਗੀ। ਤੇ ਇਹ ਖੁਸ਼ੀ ਦੀ ਗੱਲ ਆ, ਸਾਡੇ ਜਿਹੜੇ ਅੱਜ ਸਟੂਡੈਂਟ ਇੱਥੇ ਆਏ ਹੋਏ ਆ, ਉਹ ਪਹੁੰਚੇ ਆ, ਹਲੇ 2-3 ਦਿਨ ਹੋਏ ਇਹਨਾਂ ਨੂੰ ਇੰਡੀਆ ਤੋਂ ਆਏ ਨੂੰ,
ਤੇ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਸਟੂਡੈਂਟਸ ਜਿਹੜੇ ਆ ਉਹ ਅਲਾਊਡ ਹੈਗੇ ਆ। ਅਗਲਾ ਜਿਹੜਾ ਸਵਾਲ ਸਾਡਾ ਹੈਗਾ ਕਿ ਜਦੋਂ ਤੁਸੀਂ ਯੂਨੀਵਰਸਿਟੀ ਸਿਲੈਕਟ ਕਰ ਲਈ, ਤੁਹਾਨੂੰ ਆਈਡੀ ਆ ਗਈ, 120 ਜਿਹੜਾ ਹੈਗਾ ਉਹ ਤੁਹਾਨੂੰ ਅਪਰੂਵ ਹੋ ਗਿਆ, ਉਸ ਤੋਂ ਬਾਅਦ ਜਦੋਂ ਤੁਸੀਂ ਇਮੀਗ੍ਰੇਸ਼ਨ ਨੂੰ ਅਪਲਾਈ ਕਰਨਾ ਹੈ ਨਾ, ਨੈਕਸਟ ਸਟੈਪ ਤਾਂ ਇਹੀ ਹੈ ਨਾ, ਤੇ ਇਮੀਗ੍ਰੇਸ਼ਨ ਨੂੰ ਕਿਸ ਤਰੀਕੇ ਨਾਲ ਅਪਲਾਈ ਕੀਤਾ ਜਾ ਸਕਦਾ ਤੇ ਕੀ ਰਿਕੁਆਇਰਮੈਂਟ ਆ ਉਹਨਾਂ ਦੇ ਨਾਲ? ਜਦੋਂ ਸਾਡਾ I-20 ਆ ਗਿਆ, I-20 ਆਣਾ ਮਤਲਬ ਕਿ ਯੂਨੀਵਰਸਿਟੀ ਨੇ ਤੁਹਾਡੇ ਸਾਰੇ ਫੰਡਸ ਵੈਰੀਫਾਈ ਕਰ ਲਏ ਹੈ, ਬੱਚਾ ਵੈਰੀਫਾਈ ਕਰ ਲਿਆ ਕਿ ਇੱਕ ਜੈਨੂਇਨ ਸਟੂਡੈਂਟ ਹੈ। I-20 ਬਹੁਤ ਵੱਡਾ ਡਾਕੂਮੈਂਟ ਹੈ ਤੇ ਇਹ ਉਹਨੇ ਜਦੋਂ ਵੈਰੀਫਾਈ ਕਰ ਲਿਆ ਤਾਂ ਤੁਹਾਡੇ ਹੱਥ 'ਚ I-20 ਆਉਂਦੀ ਹੈ। ਇਹੀ I-20 ਤੋਂ ਹੁਣ ਮੇਰਾ ਜਿਹੜਾ ਸਟੂਡੈਂਟ ਆਈਡੀ, ਸਰਵਿਸ ਆਈਡੀ ਜੋ ਵੀ ਜਨਰੇਟ ਹੋਇਆ, ਇਸ ਤੋਂ ਬਾਅਦ ਤੀਜਾ ਸਟੈਪ ਜਿਹੜਾ ਆਉਂਦਾ ਆ ਆਪਣਾ ਜਿਹੜਾ ਇੰਟਰਵਿਊ ਕੌਂਸੂਲੇਟ ਜਿਹਨੂੰ ਕਹੀਦਾ ਹੈ ਆਪਾਂ, ਉਹਦੇ ਵਿੱਚ ਜਿਹੜਾ ਇੰਟਰਵਿਊ ਦੇਣ ਜਾਣਾ, ਉਹਦੀ ਤੁਸੀਂ ਡੇਟ ਲੈਣੀ, ਉਹਦਾ ਸਲੋਟ ਬੁੱਕ ਕਰਨਾ। ਉਹ ਆਪਾਂ ਇੰਡੀਆ 'ਚ ਚੱਲਦਾ ਹੈ ਐਕਸਿਸ ਬੈਂਕ। ਐਕਸਿਸ ਬੈਂਕ ਦੇ ਰਾਹੀਂ ਅਸੀਂ 12,000 ਇੰਡੀਅਨ ਰੁਪਏ ਜਿਹੜੇ ਆ ਉਹ ਪੇ ਕਰਨੇ ਆ ਤੇ ਉਹਨਾਂ ਨੇ ਸਾਨੂੰ ਇੱਕ ਸਲਿੱਪ ਦੇ ਦੇਣੀ ਆ। ਉਹ ਸਲਿੱਪ ਦੇ ਥਰੂ ਇੱਕ ਹੋਰ ਜਨਰੇਟ ਹੋ ਜਾਂਦਾ ਹੈ ਬਾਰਕੋਡ ਜਿਹਾ, ਉਹਨੂੰ ਸਕੈਨ ਕਰਕੇ ਤੇ ਫਿਰ ਆਪਾਂ ਆਪਣੀ ਮਰਜ਼ੀ ਨਾਲ ਆਪਣਾ ਇੰਟਰਵਿਊ ਡੇਟ ਬੁੱਕ ਕਰ ਸਕਦੇ ਹਾਂ ਤੇ ਟਾਈਮ ਬੁੱਕ ਕਰ ਸਕਦੇ ਹਾਂ। ਇਹ ਤੀਜਾ ਸਟੈਪ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਇਹ ਬੁੱਕ ਕਰਤਾ, ਆਪਣਾ ਸਲੋਟ ਬੁੱਕ ਕਰਤਾ, ਉਸ ਤੋਂ ਬਾਅਦ ਚੌਥਾ ਸਟੈਪ ਹੈ ਆਪਣੀ ਸਰਵਿਸ ਫੀ ਭਰਨੀ। ਸਰਵਿਸ ਫੀ ਹੈ ਸਟੂਡੈਂਟ ਐਕਸਚੇਂਜ ਫੀ, ਜਿਹੜੀ ਅਮਰੀਕਾ ਲੈਂਦਾ ਆ ਜਦੋਂ ਆਪਾਂ ਇੱਕ ਸਟੂਡੈਂਟ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਅਮਰੀਕਾ ਆਉਂਦਾ ਆ। ਇਹ ਫੀਸ ਹੈ ਅਰਾਊਂਡ $350 ਤੇ ਇੰਡੀਅਨ ਦੇ ਹਾਂਜੀ US ਡਾਲਰ ਤੇ ਇੰਡੀਆ ਦੇ ਅਰਾਊਂਡ 27 ਤੋਂ 28,000 ਰੁਪਏ। ਹਾਂਜੀ, ਇਸ ਤੋਂ ਬਾਅਦ ਅਗਲਾ ਸਟੈਪ ਸਾਡਾ ਇਹ ਆਉਂਦਾ ਆ ਕਿ ਜਦੋਂ ਆਪਣੀ ਸਰਵਿਸ ਫੀ ਹੋ ਗਈ, ਉਸ ਤੋਂ ਬਾਅਦ ਆਪਾਂ ਆਪਣਾ DS 160 ਫਾਰਮ ਭਰੀਦਾ ਆ। ਇਹ ਜ਼ਰੂਰੀ ਨਹੀਂ ਕਿ ਹੁਣੇ ਹੀ ਭਰਨਾ ਹੈ, ਤੁਸੀਂ ਇਹ ਸਟੈਪ ਬਿਲਕੁਲ ਸਰਵਿਸ ਫੀ ਪੇ ਕਰਨ ਤੋਂ ਪਹਿਲਾਂ ਵੀ ਭਰ ਸਕਦੇ ਹੋ। ਇਹ ਫਾਰਮ ਹੁੰਦਾ ਹੈ ਜਿਸ 'ਚ ਸਾਡੀ ਸਾਰੀ ਇਨਫੋਰਮੇਸ਼ਨ ਉਹ ਲੈਂਦੇ ਆ ਕਿ ਤੁਸੀਂ ਤੁਹਾਡੀ ਟਰੈਵਲ ਹਿਸਟਰੀ ਕੀ ਹੈ। ਤੁਹਾਨੂੰ ਐਮਬੈਸੀ ਜਾ ਕੇ ਕਰਨਾ ਪੈਂਦਾ ਕਿ ਆਨਲਾਈਨ? ਸਭ ਕੁਝ ਆਨਲਾਈਨ ਹੈ, ਕੁਝ ਹਜੇ ਐਮਬੈਸੀ ਜਾਂਦਾ ਨਹੀਂ। ਐਮਬੈਸੀ ਸਿਰਫ ਇੰਟਰਵਿਊ ਦੇਣ ਜਾਣਾ ਹੈ। ਇਹ DS 160 ਫਾਰਮ 7 ਤੋਂ 8 ਪੇਜਾਂ ਦਾ ਹੁੰਦਾ ਆ। ਇਹ ਫਾਰਮ ਭਰ ਕੇ, ਇਹ ਲਾਸਟ ਸਟੈਪ ਹੁੰਦਾ ਆ, ਫਾਰਮ ਭਰ ਕੇ ਜੇ ਤੁਸੀਂ ਕੰਪਲੀਟ ਕਰਤਾ, ਤੁਸੀਂ ਫਾਰਮ ਨੂੰ ਸਬਮਿਟ ਕਰ ਦੇਣਾ ਆ ਤੇ ਉਹਨੇ ਤੁਹਾਨੂੰ ਕਨਫਰਮੇਸ਼ਨ ਇੱਕ ਬਾਰਕੋਡ ਜਨਰੇਟ ਕਰ ਦੇਣਾ ਆ। 7-8 ਪੇਜਾਂ ਤੋਂ ਇੱਕ ਪੇਜ ਬਣ ਜਾਣਾ ਆ। ਆਹ ਡਾਕੂਮੈਂਟਸ ਨੇ ਜਿਹੜੇ ਸਾਨੂੰ ਚਾਹੀਦੇ ਨੇ ਜਦੋਂ ਆਪਾਂ ਆਪਣੇ ਇੰਟਰਵਿਊ ਦੇਣ ਕੌਂਸੂਲੇਟ 'ਚ ਜਾਣਾ ਆ। ਇੱਕ ਹੋਰ ਵੀ ਗੱਲ ਦਿਮਾਗ 'ਚ ਆ ਰਹੀ ਹੈ ਕਿ ਕਈ ਵਾਰੀ ਬੱਚੇ ਇਹ ਹੁੰਦਾ ਵੀ +2 ਕੀਤੀ, ਉਹਨਾਂ ਨੇ ਪੜ੍ਹਾਈ ਛੱਡ ਦਿੱਤੀ, 2-3 ਸਾਲ ਗਏ ਹੀ ਨਹੀਂ ਸਕੂਲ ਜਾਂ ਕਾਲਜ ਇੰਡੀਆ 'ਚ, ਤੇ ਕੀ ਉਹ ਕੰਟੀਨਿਊ ਕਰਨ ਲਈ ਆਪਣਾ ਉਦੋਂ ਵੀ 2-3 ਸਾਲ ਜਾਂ 4 ਸਾਲ ਜਿੰਨਾ ਵੀ ਹੋ ਸਕਦਾ, ਜੇ ਮਿਸ ਕਰ ਜਾਂਦੇ ਆ ਕਿਸੇ ਯੂਨੀਵਰਸਿਟੀ ਜਾਂ ਸਕੂਲ 'ਚ ਨਹੀਂ ਪੜ੍ਹਦੇ, ਕੀ ਉਹ ਅਪਲਾਈ ਕਰ ਸਕਦੇ ਸਟੂਡੈਂਟ ਵੀਜ਼ੇ ਲਈ? ਪੜ੍ਹਾਈ ਲਈ ਤੁਸੀਂ ਭਾਵੇਂ 10 ਸਾਲ ਬਾਅਦ ਅਪਲਾਈ ਕਰੋ, 20 ਸਾਲ ਬਾਅਦ, ਇਹ ਅਮਰੀਕਾ ਹੀ ਕਹਿੰਦਾ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਸਵਿਚ ਵੀ ਕਰੀਅਰ ਕਰਦੇ ਆ ਲੋਕ ਤੇ ਬਹੁਤ ਗੈਪ ਬਾਅਦ ਵੀ ਪੜ੍ਹਦੇ ਆ। ਗੱਲ ਸਿਰਫ US ਇਮੀਗ੍ਰੇਸ਼ਨ ਨੂੰ ਇਹ ਚਾਹੀਦੀ ਆ ਕਿ ਇਹ ਇੱਕ ਜੈਨੂਇਨ ਸਟੂਡੈਂਟ ਹੈ। ਵਾਕਈ ਹੀ ਇਹ ਪੜ੍ਹਨ ਜਾ ਹਾਂਜੀ, ਮੇਨ ਉਹਨਾਂ ਦਾ ਮਕਸਦ ਇਹ ਹੈ ਕਿ ਤੁਹਾਡੇ 'ਚ ਦੇਖਣਾ ਕਿ ਤੁਸੀਂ ਇੱਕ ਪੋਟੈਂਸ਼ੀਅਲ ਇਮੀਗ੍ਰੈਂਟ ਤੇ ਨਹੀਂ ਹੋ, ਕਿ ਤੁਸੀਂ ਇਸ ਵੀਜ਼ੇ ਨੂੰ ਸਿਰਫ ਪੜ੍ਹਾਈ ਕਰਨ ਲਈ ਯੂਜ਼ ਕਰੋਗੇ ਤੇ ਵਾਪਸ ਆਓਗੇ। ਮੇਨ ਤੁਹਾਡੇ 'ਚ ਇਹ ਚੀਜ਼ ਉਹ ਦੇਖਦੇ ਆ ਤੇ ਦੂਸਰਾ ਤੁਹਾਡੇ ਫੰਡਸ ਵੈਰੀਫਾਈ ਕਰਦੇ ਆ। ਹਾਂਜੀ, ਕਿਉਂਕਿ ਯੂਨੀਵਰਸਿਟੀ ਤੁਸੀਂ ਆਬਵੀਅਸਲੀ ਵਧੀਆ ਹੀ ਲਓਗੇ ਜੇ ਤੁਸੀਂ ਇੱਕ ਇੰਟਰਵਿਊ ਕਲੀਅਰ ਕਰਨਾ ਹੈ। ਤੁਹਾਡੇ ਬੈਂਕ 'ਚ ਪਏ ਹੋਣ? ਫੰਡ ਸਾਡੇ ਬੈਂਕ 'ਚ ਪਏ ਹੋਣੇ ਚਾਹੀਦੇ। ਕਿੰਨੀ ਦੇਰ ਪਹਿਲਾਂ ਰੱਖਣੇ ਜ਼ਰੂਰੀ ਹੈ ਬੈਂਕ? ਜਿਹੜਾ US ਹੈ ਉਹ ਕਹਿੰਦਾ ਭਾਵੇਂ ਹਫਤੇ ਪੁਰਾਣੇ ਫੰਡ ਹੋ ਜਾਣ। ਓਕੇ, ਬਹੁਤਾ ਪੁਰਾਣਾ ਉਹ ਕੋਈ ਨਹੀਂ ਹੁੰਦਾ। ਪਰ ਜਿੱਦਾਂ ਯੂਨੀਵਰਸਿਟੀ ਨੂੰ ਜਦੋਂ ਤੁਸੀਂ ਦਿਖਾਣਾ ਹੈ, ਉਹਨਾਂ ਨੂੰ ਵੀ ਕੋਈ ਮਤਲਬ ਨਹੀਂ ਕਿੰਨੇ ਪੁਰਾਣੇ ਫੰਡ ਹੈਗੇ ਆ ਜਾਂ ਨਹੀਂ, ਭਾਵੇਂ ਤਾਜ਼ੇ ਫੰਡ ਹਫਤੇ ਪਹਿਲਾਂ ਦੇ ਫੰਡ ਆ, ਬਟ ਉਹਨੂੰ ਇਹ ਚਾਹੀਦਾ ਹੈ ਕਿ ਤੁਹਾਡੇ ਅਕਾਊਂਟ 'ਚ ਪਹਿਲੇ ਸਾਲ ਦੀ ਫੀਸ ਤੇ ਹੋਣੀ ਚਾਹੀਦੀ ਹੈ। ਉਹ ਵੈਰੀਫਾਈ ਕਰਕੇ ਹੀ ਤੁਹਾਨੂੰ I-20 ਜਨਰੇਟ ਹੁੰਦਾ ਹੈ। ਜਿਹੜਾ ਉਹਨਾਂ ਨੇ ਪੜਨ ਜਾਣਾ ਉਸ ਸਾਲ ਦੀ ਪਹਿਲੇ ਸਾਲ 2 ਸਮੈਸਟਰਾਂ ਦੀ ਫੀਸ ਪਈ ਹੋਵੇ। ਹਾਂ, 2 ਸਮੈਸਟਰਾਂ ਦੀ ਫੀਸ ਦੇਖ ਕੇ ਹੀ ਉਹ ਆਪਣੇ I-20 ਤੇ ਲਿਖਿਆ ਆਂਦਾ ਆ ਕਿ ਪਹਿਲੇ ਸਾਲ ਦੀ ਫੀਸ ਤੇ ਲਿਵਿੰਗ ਐਕਸਪੈਂਸਸ ਆਪਾਂ ਕਹੀਦਾ ਇੱਥੇ ਕਿਤੇ ਰਹਿਣ ਦਾ ਖਰਚਾ, ਖਾਣ ਪੀਣ ਦਾ ਖਰਚਾ ਇਹ ਤੁਹਾਡੇ ਅਕਾਊਂਟ 'ਚ ਹੋਣਾ ਚਾਹੀਦਾ ਆ। ਜੇ ਕਿਸੇ ਦਾ ਕੋਈ ਰਿਸ਼ਤੇਦਾਰ ਇੱਥੇ ਰਹਿੰਦਾ ਤੇ ਉਹ ਵੀ ਉਹ ਭਰ ਸਕਦਾ ਵੀ ਮੇਰੇ ਰਿਸ਼ਤੇਦਾਰ ਰਹਿੰਦੇ? ਹਾਂਜੀ, ਅਮਰੀਕਾ ਇੱਦਾਂ ਦੀ ਕੰਟਰੀ ਹੈ ਜਿੱਥੇ ਥਰਡ ਪਾਰਟੀ ਵੀ ਕਿਸੇ ਨੂੰ ਸਪਾਂਸਰ ਕਰ ਸਕਦੀ ਹੈ, ਭਾਵੇਂ ਮਾਂ-ਬਾਪ ਹੋਵੇ, ਭਾਵੇਂ ਅੰਕਲ ਆਂਟੀ ਦੂਰ ਦੇ ਹੋਣ, ਦੋਸਤ ਹੋਵੇ। ਜੇ ਉਹ ਚੀਜ਼ ਜੈਨੂਇਨ ਹੈ ਤੇ ਥਰਡ ਪਾਰਟੀ ਦੇ ਸਪਾਂਸਰ ਵੀ ਚੱਲਦੇ ਆ। ਉਹਨਾਂ ਦੇ ਜਿਹੜੇ ਡਾਕੂਮੈਂਟਸ ਉਹ ਮੰਗਾਉਂਦੇ ਆ ਕੁਝ ਐਫੀਡੇਵਿਟ ਸਪੋਰਟ ਵਗੈਰਾ ਜਾਂ ਕੁਝ? ਹਾਂਜੀ, ਇਹ ਜਿਹੜੇ ਡਾਕੂਮੈਂਟ ਨੇ ਇਹ ਸਾਨੂੰ I-20 ਯੂਨੀਵਰਸਿਟੀ ਨੂੰ ਦੇਣੇ ਪੈਂਦੇ ਆ, ਇਹ ਆਪਾਂ ਨੂੰ ਐਮਬੈਸਡਰ ਨੂੰ ਨਹੀਂ ਦੇਣੇ ਪੈਂਦੇ। ਇਹ I-20 ਦੇ ਜਦੋਂ ਆਪਾਂ ਜਨਰੇਟ ਕਰਾਣੀ ਹੈ ਆਪਣੀ ਉਹਨਾਂ ਕੋਲ, ਉਦੋਂ ਦੇਣੇ ਪੈਂਦੇ ਆ। ਆਪਣੇ ਫਾਈਨੈਂਸ਼ੀਅਲ ਐਫੀਡੇਵਿਟ ਦੇਣੇ ਪੈਂਦੇ ਆ ਕਿ ਮੈਂ ਇਸ ਬੱਚੇ ਦੀ ਰਿਸਪੌਂਸਿਬਿਲਿਟੀ ਚੁੱਕ ਰਹੀ ਹਾਂ, ਭਾਵੇਂ ਮਾਂ-ਬਾਪ ਹੋਵੇ, ਦਾਦਾ ਦਾਦੀ ਹੋਣ, ਕੋਈ ਵੀ ਹੋਵੇ। ਬੱਚੇ ਨੂੰ ਜਦੋਂ ਅਪਲਾਈ ਕਰਨਾ ਹੁੰਦਾ ਉਹਨਾਂ ਨੇ, ਤੇ ਕੀ ਉਹਨਾਂ ਦੇ ਜਿਹੜੇ ਨੰਬਰ ਲਏ ਹੁੰਦੇ ਆ +2 'ਚ ਘੱਟ ਵੱਧ ਦਾ ਕੋਈ ਵਿੱਚ ਗਿਣਿਆ ਜਾਂਦਾ, ਕੋਈ ਇਸ ਤਰ੍ਹਾਂ ਦਾ ਕੋਈ ਹੈ? ਦੇਖ, ਅਮਰੀਕਾ 'ਚ ਸਟਾਰਟ ਮੀਡੀਓਕਰ ਤੋਂ ਬਹੁਤ ਵੱਡੀਆਂ ਯੂਨੀਵਰਸਿਟੀਆਂ ਨੇ। ਜੇ ਤੁਸੀਂ ਬਹੁਤ ਵੱਡੀਆਂ ਯੂਨੀਵਰਸਿਟੀਆਂ ਜਾਣਾ ਚਾਹੁੰਦੇ ਹੋ
ਤੇ ਆਬਵੀਅਸਲੀ ਨੰਬਰ ਜ਼ਿਆਦਾ ਚਾਹੀਦੇ ਆ, ਕਾਊਂਟ ਨੰਬਰ ਹਰ ਜਗ੍ਹਾ ਹੋਣਗੇ, ਜਿੱਦਾਂ ਜਿੱਦਾਂ ਹੁਣ ਵਧੀਆ ਯੂਨੀਵਰਸਿਟੀ ਦਾ ਰੈਂਕ ਵਧੀ ਜਾਏਗਾ ਨੰਬਰ ਤੇ ਕੰਪੀਟੀਸ਼ਨ ਬਹੁਤ ਵੱਧ ਜਾਂਦਾ ਹੈ। ਹਾਂਜੀ, ਫਿਰ ਨਾਲ ਐਕਸਟਰਾ ਟੈਸਟ ਵੀ ਜ਼ਿਆਦਾ ਹੋ ਜਾਂਦੇ ਆ। ਤੇ ਇਹ ਚੀਜ਼ਾਂ ਜਿੱਦਾਂ ਇੰਡੀਆ 'ਚ ਵੀ ਇਹੀ ਸਿਸਟਮ ਹੈ, ਜਿੰਨਾ ਤੁਸੀਂ ਵੱਡੀ ਯੂਨੀਵਰਸਿਟੀ ਜਾਣਾ ਚਾਹੁੰਦੇ ਨੰਬਰ ਜ਼ਿਆਦਾ ਚਾਹੀਦੇ ਆ, ਹਰ ਚੀਜ਼ ਇਹ ਇਦਾਂ ਹੀ ਅਮਰੀਕਾ ਚੱਲਦਾ। ਅੱਛਾ, ਉਹ ਜ਼ਰੂਰੀ ਆ ਵੀ ਉੱਥੇ ਜੇ ਪੜ੍ਹਦੇ ਆ ਤੁਸੀਂ ਤੁਹਾਡੇ ਜਿਹੜੇ ਗ੍ਰੇਡ ਆ ਜਾਂ ਨੰਬਰ ਆ, ਹਾਂਜੀ 12th ਦੇ ਗ੍ਰੇਡਸ ਬਹੁਤ ਮੈਟਰ ਕਰਦੇ ਆ, ਕਿਉਂਕਿ ਉਹਨਾਂ ਦੇ ਬੇਸਿਸ ਤੇ ਸਕਾਲਰਸ਼ਿਪਸ ਆਉਂਦੀਆਂ ਆ। ਫਿਰ ਜੇ ਤੁਹਾਡੀ ਨੰਬਰ ਵਧੀਆ ਨੇ ਤੁਹਾਨੂੰ ਡਰ ਨਹੀਂ ਹੈਗਾ ਕਿ ਕੋਈ ਯੂਨੀਵਰਸਿਟੀ ਤੁਹਾਨੂੰ ਰਿਜੈਕਟ ਕਰ ਦੇਗੀ। ਠੀਕ ਹੈ, ਇਹ ਬਹੁਤ ਵਧੀਆ ਗੱਲ ਹੈ ਵੀ ਇਹ ਨਹੀਂ ਹੈਗਾ ਵੀ ਤੁਸੀਂ +2 ਕਰ ਲਈ ਆ ਤੇ ਬਸ ਅਪਲਾਈ ਕਰੋ ਤੇ ਅਮਰੀਕਾ ਪਹੁੰਚ ਜਾਓਗੇ, ਐਡਾ ਵੀ ਸੌਖਾ ਨਹੀਂ। ਨੰਬਰ ਲੈਣੇ ਵੀ ਬੜੇ ਜ਼ਰੂਰੀ ਆ। ਜਦੋਂ ਉੱਥੇ ਇੰਟਰਵਿਊ ਹੁੰਦੀ ਆ, ਤੁਸੀਂ ਪਹੁੰਚ ਗਏ ਇਮੀਗ੍ਰੇਸ਼ਨ 'ਚ, ਉਹਨਾਂ ਨੇ ਤੁਹਾਨੂੰ ਕਾਲ ਕਰ ਲਈ, ਕਿੰਨਾ ਕੁ ਟਾਈਮ ਗੈਪ ਹੁੰਦਾ, ਕਿੰਨੀ ਕੁ ਦੇਰ ਬਾਅਦ ਉਹ ਸੱਦਦੇ? ਪਹਿਲਾਂ ਜਿੱਦਾਂ ਨਾਰਮਲ ਜਿੱਦਾਂ ਬਾਕੀ ਇਮੀਗ੍ਰੇਸ਼ਨ ਵੀਜ਼ੇ ਹੁੰਦਾ ਆ, ਉੱਦਾਂ ਹੀ ਪਹਿਲਾਂ ਸਾਡਾ 1 ਦਿਨ ਪਹਿਲਾਂ ਹੁੰਦਾ ਆ VFX। ਨਹੀਂ, ਜਦੋਂ ਤੁਸੀਂ ਅਪਲਾਈ ਕੀਤਾ ਉਹ ਤੋਂ ਜਾਂ ਯੂਨੀਵਰਸਿਟੀ ਦਾ ਤੁਹਾਡਾ ਸਾਰਾ ਫਾਰਮੈਲਿਟੀਜ਼ ਪੂਰੀ ਹੋ ਗਈ, ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਤੁਹਾਨੂੰ ਉੱਥੇ ਸੱਦਿਆ ਜਾਂਦਾ? ਉਹ ਸਾਡੀ ਆਪਣੀ ਮਰਜ਼ੀ ਹੈ। ਜਦੋਂ ਆਪਾਂ ਆਪਣੀ ਫੀਸ ਪੇ ਕਰਤੀ, ਐਪਲੀਕੇਸ਼ਨ ਫੀਸ ਕੌਂਸੂਲੇਟ 'ਚ ਜਾਣ ਲਈ, ਫਿਰ ਤੁਸੀਂ ਜੇ ਤੁਹਾਨੂੰ ਅਪਾਇੰਟਮੈਂਟ ਮਿਲਦੀ ਪਈ ਹੈ ਭਾਵੇਂ ਕੱਲ ਦੀ ਤੁਸੀਂ ਬੁੱਕ ਕਰ ਲਓ, ਉਹਨਾਂ ਨੇ ਸਲੋਟ ਦਿਖਾ ਦੇਣੇ ਆ ਕਿ ਕੱਲ 2 ਸਲੋਟ ਹੈ, ਪਰਸੋਂ 3 ਹੈ, ਅਵੇਲੇਬਿਲਿਟੀ ਹੈਗੀ ਹੈ। ਤੇ ਫਿਰ ਤੁਸੀਂ ਭਾਵੇਂ ਮਹੀਨੇ ਬਾਅਦ ਦਾ ਬੁੱਕ ਕਰੋ, ਜਦੋਂ ਮਰਜ਼ੀ ਕਰੋ, ਜੇ ਕੱਲ ਦਾ ਸਲੋਟ ਮਿਲਦਾ ਕੱਲ ਚੱਲ ਜਾਓ। ਪਰ ਹੁਣ ਕਰੋਨਾ ਕਰਕੇ ਉਹ ਚੀਜ਼ ਦੀ ਉੱਥੇ ਬਹੁਤ ਜ਼ਿਆਦਾ ਇੰਡੀਆ 'ਚ ਧੱਕਾ ਮੁੱਕੀ ਕਹਿ ਲਓ ਚੱਲਦੀ ਪਈ ਹੈ। ਸਟੂਡੈਂਟ ਬਹੁਤ ਜ਼ਿਆਦਾ ਹੈ ਤੇ ਸਲੋਟ ਬਹੁਤ ਘੱਟ ਮਿਲਦੇ ਆ। ਹਾਂਜੀ, ਇਹਦੀ ਇੰਟਰਵਿਊ ਕਿਹੜੀ ਐਮਬੈਸੀ 'ਚ ਹੁੰਦੀ ਹੈ, ਦਿੱਲੀ 'ਚ ਕਿ ਬੰਬੇ ਵਾਲੀ 'ਚ? ਇਸ ਟਾਈਮ 3 ਮੇਨ ਕੌਂਸੂਲੇਟਸ 'ਚ ਚੱਲਦੀਆਂ ਪਈਆਂ ਇੰਟਰਵਿਊ। ਇੱਕ ਚੱਲਦੀ ਪਈ ਆ ਹੈਦਰਾਬਾਦ, ਦੂਜੀ ਨਿਊ ਦਿੱਲੀ ਤੇ ਤੀਜੀ ਮੁੰਬਈ ਚੱਲਦੀ ਪਈ ਹੈ। 3 ਜਗ੍ਹਾ ਤੇ ਹੈ? ਹਾਂਜੀ, 3 ਜਗ੍ਹਾ। ਤੁਹਾਡੀ ਚੋਇਸ ਆ ਵੀ ਕਿੱਥੇ ਤੁਸੀਂ ਜਾ ਕੇ? ਹਾਂਜੀ, ਪਹਿਲਾਂ ਇੰਨੀ ਨਹੀਂ ਚੋਇਸ ਮੰਨਦੇ ਸੀਗੇ, ਪਹਿਲਾਂ ਕੁਐਸਚਨ ਪੁੱਛ ਸਕਦੇ ਸੀਗੇ, ਜਿੱਦਾਂ ਮੈਂ 2 ਸਾਲ ਪਹਿਲਾਂ ਦੀ ਗੱਲ ਕਰਾਂ, ਕਰੋਨਾ ਤੋਂ ਪਹਿਲਾਂ ਦੀ, ਕਿ ਤੁਸੀਂ ਹੈਦਰਾਬਾਦ ਦੇ ਹੋ ਜਾਂ ਸਾਊਥ ਦੇ ਹੋ, ਤੁਸੀਂ ਨਿਊ ਦਿੱਲੀ ਕਿਉਂ ਕੌਂਸੂਲੇਟ ਪਿਕ ਕੀਤਾ ਆ। ਪਰ ਹੁਣ ਜਿੱਦਾਂ ਰਸ਼ ਇੰਨਾ ਜ਼ਿਆਦਾ ਆ, ਮੇਨ ਸਮੈਸਟਰ ਹੈ, ਬੱਚਾ ਜਾ ਸਕਦਾ, ਜਿੱਥੇ ਹੁਣ ਇਦਾਂ ਵੀ ਕਰਦੇ ਪਏ ਬੱਚੇ ਆਪਣੇ ਫਿੰਗਰਪ੍ਰਿੰਟ ਹੈਦਰਾਬਾਦ ਦਿੰਦੇ ਪਏ ਆ ਤੇ ਇੰਟਰਵਿਊ ਬੰਬੇ ਦਿੰਦੇ ਪਏ ਆ। ਹਾਂਜੀ, ਰਸ਼ ਕਰਕੇ ਹਜੇ ਚੀਜ਼ਾਂ ਇੰਨੀਆਂ ਨਹੀਂ ਦੇਖ ਰਹੇ, ਪਰ ਉੱਦਾਂ ਜਿਹੜਾ ਨੀਅਰੈਸਟ ਪੈਂਦਾ ਹੈ ਉੱਥੇ ਸਾਰੇ ਇੰਟਰਵਿਊ ਦਿੰਦੇ ਆ। ਹੈਮਨ, ਜਿਸ ਤਰ੍ਹਾਂ ਕਿ ਉੱਥੋਂ ਤੁਸੀਂ ਕੋਈ ਸਬਜੈਕਟ ਲੈ ਕੇ ਆਉਂਦੇ ਹੋ ਵੀ ਜਾਂ ਕੋਰਸ ਲੈਂਦੇ ਹੋ ਵੀ ਮੈਂ ਉੱਥੇ ਜਾ ਕੇ ਇਹੋ ਕੋਰਸ ਕਰਨਾ, ਠੀਕ ਹੈ, ਇੱਥੇ ਆ ਕੇ ਤੁਹਾਨੂੰ ਲੱਗਿਆ ਵੀ ਮੈਂ ਇਹਦੇ 'ਚ ਕਾਮਯਾਬੀ ਨਹੀਂ ਹਾਸਲ ਕਰ ਸਕਦਾ, ਤੁਸੀਂ ਉਹ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਉਹੀ ਕੋਰਸ ਤੁਹਾਨੂੰ ਕੰਪਲੀਟ ਕਰਨਾ ਪਊਗਾ? ਨਹੀਂ, ਇਹ ਇੱਕ ਰਿਕੁਆਇਰਮੈਂਟ ਹੈ ਕਿ ਤੁਸੀਂ ਜਦੋਂ ਆਪਣੇ ਕੋਰਸ ਦੇ ਪਹਿਲੇ ਮਹੀਨੇ 'ਚ ਹੀ ਆਪਣਾ, ਜਿਹਨੂੰ ਆਪਾਂ ਇੱਥੇ ਕੋਰਸ ਨੂੰ ਮੇਜਰ ਕਹੀਦਾ ਆ, ਕਿ ਆਪਣਾ ਮੇਜਰ ਚੇਂਜ ਕਰ ਸਕਦੇ ਹੋ ਪਹਿਲੇ ਮਹੀਨੇ ਹੀ। ਇਹ ਨਹੀਂ ਕਿ ਪੂਰੇ 2 ਸਾਲ ਲਾ ਲਏ ਉਹਦੇ ਵਿੱਚ ਤੇ ਬਾਅਦ 'ਚ ਮੇਜਰ ਚੇਂਜ ਕਰ ਲਿਆ, ਤੀਜੇ ਚੌਥੇ ਸਾਲ ਨਹੀਂ। ਜੋ ਕਰਨਾ ਆ ਪਹਿਲੇ 6 ਮਹੀਨੇ ਇਨੀਸ਼ੀਅਲੀ ਜਿਹੜੇ ਤੁਹਾਡੇ ਕੋਲ ਹੁੰਦੇ ਆ ਉਹਦੇ ਵਿੱਚ ਇਹ ਸਟੈਪ ਲੈਣੇ ਚਾਹੀਦੇ ਆ, ਤੇ ਨਾ ਹੀ ਉਹ ਫੀਸ ਰਿਫੰਡੇਬਲ ਹੁੰਦੀ ਆ, ਇਹ ਕੁਛ ਨਹੀਂ। ਜੇ ਤਾਂ ਉਹ ਸਟਾਰਟ ਤੁਹਾਡਾ ਨਵਾਂ ਹੋਣਾ ਆ, ਜੇ ਤੁਹਾਡਾ 4 ਸਾਲ ਦਾ ਪ੍ਰੋਗਰਾਮ ਹੈ ਪਰ ਵੀਜ਼ਾ ਤੁਹਾਡੇ ਕੋਲ 5 ਸਾਲ ਦਾ ਹੁੰਦਾ ਆ, ਭਾਵੇਂ 2 ਸਾਲ ਦਾ ਪ੍ਰੋਗਰਾਮ ਹੈ ਵੀਜ਼ਾ 5 ਸਾਲ ਦਾ ਆ, ਤੇ ਉਹ ਸਾਲ ਅਕੋਮੋਡੇਟ ਹੋ ਜਾਂਦੇ ਆ। ਪਰ ਜੇ ਆਪਾਂ ਗੱਲ ਕਰੀਏ ਫੀਸ ਦੀ, ਟਿਊਸ਼ਨ ਫੀਸ ਦੀ, ਉਹ ਕੁਛ ਨਹੀਂ ਅਕੋਮੋਡੇਟ ਹੁੰਦਾ। ਅੱਛਾ, ਉਹ ਮਤਲਬ ਉਹ ਨਵੇਂ ਸਿਰੇ ਤੋਂ ਸ਼ੁਰੂ ਉਹ ਨਵੇਂ ਸਿਰੇ ਤੋਂ ਹੀ ਤੁਹਾਨੂੰ ਸਟਾਰਟ ਕਰਨਾ ਪੈਣਾ। ਫਿਰ ਵੀ ਇੱਕ ਆਪਸ਼ਨ ਹੈਗਾ ਇੱਥੇ ਆ ਕੇ ਬਹੁਤ ਬੱਚੇ ਚੇਂਜ ਕਰ ਲੈਂਦੇ ਆ। ਯੂਨੀਵਰਸਿਟੀ ਚੇਂਜ ਦਾ ਵੀ ਆਪਸ਼ਨ ਹੁੰਦਾ ਆ ਕਿ ਬੱਚੇ ਉੱਥੋਂ ਇੱਥੇ ਕੋਈ ਲੈ ਕੇ ਆ ਜਾਂਦੇ ਆ, ਜੇ ਲੋਕੇਸ਼ਨ ਨਹੀਂ ਪਸੰਦ ਆਉਂਦੀ, ਕਈ ਵਾਰ ਯੂਨੀਵਰਸਿਟੀ ਆ ਕੇ ਨਹੀਂ ਪਸੰਦ ਆਉਂਦੀ, ਤੇ ਉਹ ਵੀ ਆਪਸ਼ਨ ਹੈਗਾ ਕਿ ਤੁਸੀਂ ਇੱਥੇ ਆ ਕੇ ਯੂਨੀਵਰਸਿਟੀ ਵੀ ਸਵਿਚ ਕਰ ਸਕਦੇ ਹੋ ਆਪਣੀ। ਦੂਜਾ ਇਹ ਹੈ ਵੀ ਅੱਜ ਕੱਲ੍ਹ ਕਾਫੀ ਉੱਥੇ ਆਈਲੈਟਸ ਦੇ ਸਕੂਲ ਜਿਹੜੇ ਆ, ਮੇਰਾ ਖਿਆਲ ਇੰਨੀਆਂ ਤਾਂ ਕਰਿਆਨੇ ਦੀ ਦੁਕਾਨਾਂ ਨਹੀਂ ਹੈਗੀਆਂ ਜਿੰਨੇ ਸਕੂਲ ਖੁੱਲ੍ਹੇ ਹੋਏ ਆ, ਤੇ ਬਹੁਤ ਸਾਰੇ ਹੋ ਗਏ ਆ ਅਨਪੜ੍ਹ ਬੰਦੇ ਜਿਹੜੇ ਆ ਉਹ ਉੱਥੇ ਸਕੂਲ ਖੋਲ੍ਹ ਕੇ ਬੈਠੇ ਆ, ਟੀਚਰ ਹਾਇਰ ਕਰ ਲੈਂਦੇ ਆ, ਉਹਨਾਂ ਨੂੰ ਪੜ੍ਹਾਉਂਦੇ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜਾ ਆਈਲੈਟਸ ਦਾ ਹੈਗਾ, ਉੱਥੇ ਵੀ ਕੋਈ ਚੰਗੇ ਸਕੂਲ ਹੈਗੇ ਜਿੱਥੇ ਜੈਨੂਅਨ ਜਿਹੜੀ ਪੜ੍ਹਾਈ ਕਰਾਈ ਜਾਂਦੀ ਆ? ਹਾਂਜੀ, ਆਇਲਸ ਦਾ ਬਹੁਤ ਜ਼ਿਆਦਾ ਸਕੂਲਸ ਖੁੱਲ ਚੁੱਕੇ ਆ। ਸਕੂਲਸ ਕਵਾਂ ਛੋਟੇ ਛੋਟੀਆਂ ਦੁਕਾਨਾਂ ਹੀ ਜਿਹਨੂੰ ਕਵਾਂ ਖੁੱਲ ਗਈਆਂ ਉੱਥੇ, ਤੇ ਪਰ ਆਇਲਸ ਜਿੰਨਾ ਹੋਊਗਾ ਸੋਚਿਆ ਜਾਂਦਾ ਆ, ਆਇਲਸ ਹੋ ਗਿਆ ਜਾਂ ਟੋਫਲ, ਜਿਹੜੇ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਨੇ, ਉਹਨੇ ਹੈ ਨਹੀਂ ਹੈਗੇ। ਇਹ ਸੌਖੇ ਹੈ, ਜੇ ਤੁਸੀਂ ਵਧੀਆ ਸਕੂਲਸ 'ਚ ਪੜ੍ਹੇ ਹੋ, ਤੁਹਾਨੂੰ ਇੰਗਲਿਸ਼ ਬੋਲਣੀ ਲਿਖਣੀ ਵਧੀਆ ਤਰ੍ਹਾਂ ਆਉਂਦੀ ਹੈ, ਤੇ ਅੱਜ ਸਭ ਤੋਂ ਵੱਡਾ ਮੀਡੀਅਮ ਆਨਲਾਈਨ ਹੈ। ਇਹ ਮੈਂ ਆਪਣੀ ਤਿਆਰੀ ਆਨਲਾਈਨ ਕੀਤੀ ਸੀਗੀ, ਮੈਂ ਕਿਤੇ ਕੋਚਿੰਗ ਨਹੀਂ ਲਈ, ਜੇ ਲਈ ਤੇ 10 ਦਿਨ ਮੈਂ ਕਿਤੇ ਜਸਟ ਥੋੜੀ ਸੀ ਗਾਈਡੈਂਸ ਲਈ ਸੀਗੀ ਬਸ। ਇਹ ਆਨਲਾਈਨ ਕਰੋ ਤੁਸੀਂ, ਜੇ ਨਹੀਂ, ਜੇ ਤੁਹਾਨੂੰ ਗਾਈਡੈਂਸ ਚਾਹੀਦੀ ਆ ਤੁਸੀਂ ਮਿਲੋ ਕਿਸੇ ਨੂੰ, ਗਾਈਡੈਂਸ ਲਵੋ, ਪਰ ਐਡਾ ਵੱਡੀ ਚੀਜ਼ ਨਹੀਂ ਹੈਗੀ ਜਿੰਨੀ ਇਹ ਹਾਈਪ ਦੀ ਬਣਾਈ ਗਈ ਹੈ। ਜੀ, ਘਰ ਬੈ ਕੇ ਤੁਸੀਂ ਪੜ ਸਕਦੇ ਹੋ। ਹਾਂਜੀ ਹਾਂਜੀ, ਬਾਹਰ ਪੈਸਾ ਬਰਬਾਦ ਕਰਨ ਦੀ ਐਡੀ ਕੋਈ ਲੋੜ ਨਹੀਂ। ਨਹੀਂ, ਬਸ ਆਪਣਾ ਤਿਆਰੀ ਕਰੋ, ਜਦੋਂ ਲੱਗੇ ਕਿ ਤਿਆਰੀ ਪੂਰੀ ਹੈ ਮੇਰੀ,
ਥੋੜੇ ਸੈਂਪਲ ਵੀਡੀਓਜ਼ ਦੇਖੋ, ਸੈਂਪਲ ਪੇਪਰ ਆਪ ਸੋਲਵ ਕਰੋ, ਉਸ ਤੋਂ ਬਾਅਦ ਟੈਸਟ ਦੀ ਡੇਟ ਭਰ ਦਿਓ ਤੇ ਟੈਸਟ ਦੇ ਦਿਓ। ਬਹੁਤ ਸਾਰੇ ਉੱਥੇ ਏਜੰਟ ਵੀ ਇਸ ਤਰ੍ਹਾਂ ਹੈਗੇ ਆ ਜਿਹੜੇ ਸਟੂਡੈਂਟ ਵੀਜ਼ਾ ਲਵਾਉਂਦੇ ਵੀ ਲੱਖਾਂ ਡਾਲਰ ਲੈਂਦੇ ਆ। ਤੁਸੀਂ ਕਿੰਨੇ ਕੁ ਪੈਸੇ ਦੇ ਕੇ ਆਏ ਹੋ? ਮੈਂ ਆਪਣਾ ਸਾਰਾ ਐਪਲੀਕੇਸ਼ਨ ਪ੍ਰੋਸੈਸ ਆਪ ਕੀਤਾ ਆ, ਪਰ ਜਿਹੜੀ ਯੂਨੀਵਰਸਿਟੀ ਮੈਂ ਜਾਣਾ ਸੀਗਾ ਉਹਦੇ ਵਿੱਚ ਜਸਟ ਐਡਮਿਸ਼ਨ ਲਈ ਕਾਉਂਸਲਿੰਗ ਲਈ ਕਿ ਮੈਂ ਕਿਹੜੀ ਯੂਨੀਵਰਸਿਟੀਆਂ ਲੈ ਸਕਦੀ ਹਾਂ, ਮੇਰੀ ਅਕੈਡਮਿਕ ਸਕੋਰ ਦੇ ਅਕੋਰਡਿੰਗ ਕਿਹੜੀ ਠੀਕ ਹੈਗੀ ਆ, ਮੈਂ ਜ਼ਰੂਰ ਕਾਉਂਸਲਿੰਗ ਲਈ ਸੀਗੀ। ਕਹਿਣ ਦਾ ਮਤਲਬ ਇਹ ਵੀ ਏਜੰਟਾਂ ਦੇ ਝਾਂਸੇ ਫਸਣ ਦੀ ਨਹੀਂ ਲੋੜ। ਨਹੀਂ, ਕੰਮ ਬਹੁਤ ਹੀ ਸੌਖਾ ਹੈ, ਜਿੰਨਾ ਵੱਡਾ ਸਮਝਿਆ ਤੇ ਜਿੰਨਾ ਪੈਸੇ ਵਾਲਾ ਪ੍ਰੋਸੈਸ ਦਿਖਾਇਆ ਜਾਂਦਾ ਹੈ ਉਹਨਾਂ ਹੈ ਨਹੀਂ। ਓਬਵੀਅਸਲੀ ਯੂਨੀਵਰਸਿਟੀਆਂ ਦੀਆਂ ਫੀਸਾਂ ਹੈਗੀਆਂ ਨੇ, ਜਿੰਨੀ ਵੱਡੀ ਯੂਨੀਵਰਸਿਟੀ ਉਨੀਆਂ ਜ਼ਿਆਦਾ ਫੀਸਾਂ। ਕੁਛ ਇਹ ਵੀ ਹੈ ਵੀ ਏਜੰਟ ਜਿਹੜੇ ਉਹ ਡਰਾ ਵੀ ਦਿੰਦੇ ਆ। ਹਾਂਜੀ, ਇਹ ਹਵਾ ਜ਼ਿਆਦਾ ਆ। ਹਾਂਜੀ, ਜੇ ਤੁਸੀਂ ਜੈਨੂਇਨ ਤੇ ਪੜ੍ਹਨ ਵਾਲੇ ਬੱਚੇ ਹੋ ਤੇ ਅਮਰੀਕਾ ਤੁਹਾਨੂੰ ਕਦੀ ਨਾ ਨਹੀਂ ਕਰੇਗਾ। ਤੁਸੀਂ ਲੈ ਕੇ ਆਏ ਹੋ ਉੱਥੋਂ ਕੋਰਸ ਜਿਹੜੇ ਉਹ ਕੰਪਿਊਟਰ ਸਾਇੰਸ, ਰਾਈਟ? ਇੱਥੇ ਆ ਕੇ ਤੁਹਾਡਾ ਕੀ ਟਾਰਗੇਟ ਹੈਗਾ? ਪਹਿਲਾਂ ਤੇ ਮੇਰਾ 4 ਸਾਲ ਟਾਰਗੇਟ ਹੈ ਕਿ ਮੈਂ ਆਪਣੀ ਸਕਿੱਲ ਲਰਨ ਕਰਨੀ ਹੈ, ਪੜ੍ਹਾਈ ਚੰਗੀ ਤਰ੍ਹਾਂ 4 ਸਾਲ ਕਰਨੀ ਹੈ। ਕਿ ਇੱਕ ਡਿਗਰੀ US ਦੀ ਜਦੋਂ ਤੁਸੀਂ ਡਿਗਰੀ ਤੁਹਾਡੇ ਹੱਥ 'ਚ ਹੁੰਦੀ ਹੈ, ਕਿਸੇ ਵੀ ਕੰਟਰੀ ਤੁਹਾਨੂੰ ਨਾ ਨਹੀਂ ਕਰ ਸਕਦੀ, ਕੋਈ ਵੀ ਕੰਟਰੀ। ਤੁਸੀਂ ਭਾਵੇਂ ਕੱਲ ਕੈਨੇਡਾ ਜੌਬ ਲਈ ਮੂਵ ਹੋ ਜਾਓ, ਆਸਟ੍ਰੇਲੀਆ ਮੂਵ ਹੋ ਜਾਓ, ਕਿਸੇ ਵੀ ਕੰਟਰੀ 'ਚ ਮੂਵ ਹੋ ਜਾਓ, US ਡਿਗਰੀ ਦੀ ਸਭ ਤੋਂ ਜ਼ਿਆਦਾ ਰੈਪੂਟੇਸ਼ਨ ਹੈ ਇੰਟਰਨੈਸ਼ਨਲ ਮਾਰਕੀਟ 'ਚ। ਭਾਵੇਂ ਬੈਕ ਤੁਸੀਂ ਇੰਡੀਆ ਚੱਲ ਜਾਓ, ਤੁਹਾਨੂੰ ਜ਼ਿਆਦਾ ਪੇ ਕਰਨਗੇ ਉੱਥੇ ਦੇ ਪੜ੍ਹੇ ਬੱਚਿਆਂ ਦੇ ਨਾਲੋਂ। ਤੇ ਇੱਕ ਡਿਗਰੀ ਹੱਥ 'ਚ ਹੋਣਾ ਬਹੁਤ ਵੱਡੀ ਗੱਲ ਹੈ। ਉਸ ਤੋਂ ਬਾਅਦ ਕਰੀਅਰ ਆਪਸ਼ਨਸ ਆਬਵੀਅਸਲੀ ਇੱਥੇ ਵੀ ਮਿਲਣਗੇ ਜੇ ਬੰਦਾ ਬਾਅਦ H1B ਤੇ ਜਾਣਾ ਹੋਵੇ। ਹਾਂਜੀ, H1B ਵੀਜ਼ਾ ਵੀ ਅਪਲਾਈ ਕੀਤਾ ਜਾਂਦਾ। ਹਾਂਜੀ, ਬਹੁਤ ਵਧੀਆ ਪੇ ਸਕੇਲ ਹੁੰਦਾ। ਹਾਂਜੀ, ਕਿਉਂਕਿ ਇਸ ਤੋਂ ਬਾਅਦ ਪੜ੍ਹਾਈ ਤੋਂ ਬਾਅਦ ਸਾਨੂੰ OPT ਮਿਲਦੀ ਹੈ, ਮਤਲਬ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ, ਜਿਹਨੂੰ ਆਪਾਂ ਬਾਕੀ ਦੇਸ਼ 'ਚ ਵਰਕ ਪਰਮਿਟ ਕਹਿੰਦਾ ਹੈ। ਉਹ 2 ਤਰ੍ਹਾਂ ਦੇ ਨਾਲ ਮਿਲਦੀ ਹੈ। ਜਿੱਦਾਂ ਹੁਣ ਮੇਰਾ ਕੰਪਿਊਟਰ ਸਾਇੰਸ ਹੈ, ਮੇਰੇ ਕੋਲ ਮਤਲਬ ਇੱਕ STEM ਮੇਜਰ ਹੈ। STEM ਮੇਜਰ ਮਤਲਬ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਮੈਥ। ਇਹਦੀ ਮੈਨੂੰ ਵਰਕ ਪਰਮਿਟ ਤੇ OPT ਜਿਹਨੂੰ ਕਹੀਦਾ ਇੱਥੇ 3 ਸਾਲ ਦੀ ਮਿਲੇਗੀ। 3 ਸਾਲ ਮੈਂ US 'ਚ ਕੰਮ ਕਰ ਸਕਦੀ ਹਾਂ ਤੋਂ ਬਾਅਦ। ਪਰ ਜੇ ਮੇਰੇ ਕੋਲ ਜਿੱਦਾਂ ਬਿਜ਼ਨਸ ਵਗੈਰਾ ਹੈ, ਉਹਦੇ ਲਈ ਮੈਨੂੰ 1 ਸਾਲ ਦੀ OPT ਮਿਲੇਗੀ ਇੱਥੇ, ਜੇ ਕਿਸੇ ਨੇ ਉਹ ਫੀਲਡ ਚੂਜ਼ ਕਰਨੀ ਹੋਵੇ। ਤੇ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨੂੰ ਇੱਥੇ ਹੀ ਕਰੀਅਰ ਨੂੰ ਕੰਟੀਨਿਊ ਕਰਨਾ ਹੈ, ਤੁਸੀਂ ਬਾਅਦ 'ਚ H1B ਤੇ ਜਾ ਸਕਦੇ ਹੋ। ਡਿਊਰਿੰਗ ਐਜੂਕੇਸ਼ਨ ਤੁਹਾਨੂੰ ਵਰਕ ਪਰਮਿਟ ਦਿੰਦੇ ਆ, ਅਲਾਉ ਕਰਦੇ ਪੜ੍ਹਾਈ ਦੇ ਨਾਲ ਕੰਮ ਦਾ? ਹਾਂਜੀ, ਅਮਰੀਕਾ 'ਚ ਇੱਦਾਂ ਆ ਕਿ ਸਿਰਫ ਜਿਹੜਾ ਪਾਰਟ ਟਾਈਮ ਵਰਕ 20 ਘੰਟੇ ਮਿਲਦਾ ਹੈ ਹਫਤੇ ਦੇ, ਤੇ ਇਹ ਕਰਨਾ ਯੂਨੀਵਰਸਿਟੀ ਦੇ ਕੈਂਪਸ 'ਚ ਹੁੰਦਾ ਆ। ਹਾਂਜੀ, ਬਾਹਰ ਤੁਸੀਂ ਕੰਮ ਨਹੀਂ ਕਰ ਸਕਦੇ, ਜਿੱਦਾਂ ਕੈਨੇਡਾ ਜਾਂ ਆਸਟ੍ਰੇਲੀਆ, ਹੋਰ ਕਈ ਵੀ ਤੁਸੀਂ ਬਾਹਰ ਕਰ ਸਕਦੇ ਹੋ। ਉੱਥੇ ਇਨਕਰੇਜ ਕਰਦੇ। ਹਾਂਜੀ, ਬਾਹਰ ਹੀ ਕਰੋ। ਪਰ ਇੱਥੇ ਯੂਨੀਵਰਸਿਟੀਆਂ ਦੇ ਕੈਂਪਸ ਏਡੇ ਵੱਡੇ ਹੁੰਦੇ ਆ, ਤੁਹਾਨੂੰ ਕੰਮ ਮਿਲ ਜਾਂਦਾ ਆ, ਪਰ ਕੈਂਪਸ ਤੇ ਬਾਹਰ ਨਹੀਂ ਕਰ ਸਕਦੇ ਕੰਮ ਇੱਥੇ। ਓਕੇ, ਉਹਦਾ ਕਰੀ ਵੀ ਜਾਂਦੇ ਆ। ਹਾਂਜੀ, ਪਰ ਇਲੀਗਲੀ ਤਾਂ ਕਰੀ ਜਾਂਦੇ ਸਾਰੇ। ਇਲੀਗਲੀ, ਪਰ ਲੀਗਲ ਨਹੀਂ ਹੈਗਾ ਇਮੀਗ੍ਰੇਸ਼ਨ 'ਚ ਨਹੀਂ। ਹਾਂਜੀ ਹੈਮਨ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੇ ਸਾਨੂੰ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਆ ਇਸ ਇੰਟਰਵਿਊ ਤੋਂ ਬਹੁਤ ਭਰਪੂਰ ਫਾਇਦਾ ਉਠਾਉਣਗੇ, ਕਿਉਂਕਿ ਬਹੁਤ ਸਾਰੇ ਅਜਿਹੇ ਬੱਚੇ ਆ ਜਿਹੜੇ ਕਿ ਅਮਰੀਕਾ ਆਉਣਾ ਚਾਹੁੰਦੇ ਆ ਜਾਂ ਹੋਰ ਕੰਟਰੀਜ਼ 'ਚ ਜਾਣਾ ਚਾਹੁੰਦੇ ਆ, ਤੇ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਕੋਈ ਨਹੀਂ ਹੁੰਦਾ। ਸਾਡਾ ਇਸ ਪ੍ਰੋਗਰਾਮ ਦਾ ਮਕਸਦ ਇਹੋ ਸੀ ਕਿ ਕੋਈ ਜੇ ਸਟੂਡੈਂਟ ਆਇਆ, ਉਸ ਸਟੂਡੈਂਟ ਤੋਂ ਅਸੀਂ ਜਾਣਕਾਰੀ ਲਈਏ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਅਪਲਾਈ ਕੀਤਾ, ਕਿਸ ਤਰੀਕੇ ਨਾਲ ਉਹਨਾਂ ਨੇ ਸਾਰਾ ਇਹ ਪ੍ਰੋਸੀਜਰ ਜਿਹੜਾ ਉਹ ਪੂਰਾ ਕੀਤਾ, ਤੇ ਕੋਈ ਉਹਨਾਂ ਨੂੰ ਕੀ ਪ੍ਰੋਬਲਮ ਤਾਂ ਨਹੀਂ ਆਈ, ਤੇ ਕਿਵੇਂ ਉਹ ਇੱਥੇ ਪਹੁੰਚਦੇ ਆ। ਤੇ ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।